Hello everyone, I am Amarjit from Amar PTE classes. Again I am in front of you with my new video. ਹਾਂਜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ। ਐਕਚੁਅਲੀ ਮੈਂ ਜਿਹੜੇ ਉਹਦੇ ਪੁਆਇੰਟ ਸੀਗੇ ਕਿ ਤੁਹਾਡੀਆਂ ਕਿਹੜੀਆਂ ਟਿਪਸ ਤੇ ਟ੍ਰਿਕਸ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਣੀਆਂ ਜਿਹੜੀਆਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਹੈ ਉਹਨੂੰ ਤੁਸੀਂ ਇੰਪਰੂਵ ਕਰ ਸਕੋ, ਤਾਂ ਮੈਂ ਉਹ ਤੁਹਾਡੇ ਨਾਲ ਆਪਣੀਆਂ ਲਾਸਟ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਹੋਇਆ ਹੈਗਾ ਕਿ ਤੁਸੀਂ ਕਿਹੜੇ ਕਿਹੜੇ ਟਿਪਸ ਯੂਜ਼ ਕਰਨੇ ਨੇ। ਸੋ ਅੱਜ ਮੈਂ ਕੁਝ ਐਗਜ਼ਾਮਪਲਸ ਲਏ ਨੇ, ਤਾਂ ਐਗਜ਼ਾਮਪਲ ਲੈ ਕੇ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਕਿਵੇਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਈਜ਼ੀਲੀ ਸੋਲਵ ਕਰ ਸਕਦੇ ਹੋ, ਕਿਉਂਕਿ ਜਿਹੜੀ ਇਹਦੀ ਸਕੋਰਸ ਦੀ ਕੰਟਰੀਬਿਊਸ਼ਨ ਹੈ ਉਹ ਕਾਫੀ ਜ਼ਿਆਦਾ ਕੰਟਰੀਬਿਊਸ਼ਨ ਹੈ। ਮਤਲਬ ਇਹ ਰੀਡਿੰਗ ਦੇ ਵਿੱਚ ਵੀ ਕੰਟਰੀਬਿਊਟ ਕਰਦਾ ਤੇ ਪਲੱਸ ਰਾਈਟਿੰਗ ਦੇ ਵਿੱਚ ਵੀ ਕੰਟਰੀਬਿਊਟ ਕਰਦਾ। ਸੋ ਪਹਿਲਾਂ ਮੈਂ ਇੱਕ ਐਗਜ਼ਾਮਪਲ ਲਿਆ, ਜਿਵੇਂ ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਟੈਕਨੀਕ ਦੱਸੀ ਸੀਗੀ ਕਿ ਜਦੋਂ ਵੀ ਤੁਹਾਡੀ ਸਕਰੀਨ ਤੇ ਪੈਰਾਗ੍ਰਾਫ ਆਉਂਦਾ ਤਾਂ ਤੁਹਾਡਾ ਇੱਥੇ ਤਾਂ ਜਿਵੇਂ ਟਾਈਮਰ ਇੱਕ ਪਾਰਟਿਕੂਲਰ ਬਲੈਂਕ ਵਾਸਤੇ ਸਟਾਰਟ ਹੋਇਆ ਕਿ ਇਸ ਬਲੈਂਕ ਵਾਸਤੇ ਤੁਸੀਂ ਇੰਨਾ ਟਾਈਮ ਪੀਰੀਅਡ ਯੂਜ਼ ਕਰ ਰਹੇ ਹੋ, ਬਟ ਜਦੋਂ ਤੁਹਾਡਾ ਫਾਈਨਲ ਐਗਜ਼ਾਮ ਸਟਾਰਟ ਹੁੰਦਾ ਤਾਂ ਉੱਥੇ ਤੁਹਾਡੇ 28 ਮਿੰਟਸ ਹੁੰਦੇ ਨੇ ਰੀਡਿੰਗ ਐਂਡ ਰੀਡਿੰਗ ਸੈਕਸ਼ਨ ਵਾਸਤੇ। ਤੇ ਉਸ 28 ਮਿੰਟਸ 'ਚ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਇੱਕ ਪੈਰਾਗ੍ਰਾਫ ਤੇ ਕਿੰਨਾ ਟਾਈਮ ਯੂਜ਼ ਕਰਦੇ ਹੋ। ਮਤਲਬ 2 ਤੋਂ 2.5 ਮਿੰਟ ਤੱਕ ਤੁਸੀਂ ਸਿਰਫ ਯੂਜ਼ ਕਰ ਸਕਦੇ ਹੋ, ਨਾਟ ਮੋਰ ਦੈਨ 2 ਐਂਡ 2.5 ਮਿੰਟਸ। ਸੋ ਸਭ ਤੋਂ ਪਹਿਲਾਂ ਹੈਗਾ ਕਿ ਤੁਸੀਂ ਪੈਰਾਗ੍ਰਾਫ ਨੂੰ ਸਕੈਨ ਕਰਨਾ ਹੈ ਤੇ ਉਸ ਤੋਂ ਬਾਅਦ ਮਤਲਬ ਜਸਟ ਉਹਨੂੰ ਰੀਡ ਕਰਨਾ ਹੈ ਕਿ ਤੁਹਾਡੇ ਕੋਲ ਕਿੰਨੀਆਂ ਬਲੈਂਕਸ ਨੇ। ਸੋ ਮੈਂ ਜਿਵੇਂ ਇੱਥੇ ਤਾਂ ਲਿਖਿਆ ਹੋਇਆ, ਇੱਥੇ ਨਾਮ ਆਲਰੇਡੀ ਮੈਂਸ਼ਨ ਹੈ ਕਿ ਜਿਹੜਾ ਇਹ ਪੈਰਾਗ੍ਰਾਫ ਹੈ ਉਹ ਰਿਪੀਟਡ ਸਿਲੇਬਲਸ ਦੇ ਅਕੋਰਡਿੰਗ ਹੈਗਾ, ਮਤਲਬ ਉਸ ਚੀਜ਼ ਦੀ ਗੱਲ ਹੋ ਰਹੀ ਹੈ। ਤਾਂ ਰਿਪੀਟਡ ਸਿਲੇਬਲਸ ਕੀ ਹੁੰਦਾ ਹੈ ਕਿ ਜਿਹੜੇ ਮਤਲਬ ਤੁਸੀਂ ਕੀ ਯੂਜ਼ ਕਰ ਰਹੇ ਹੋ ਕਿ ਬੱਚਿਆਂ ਨੂੰ ਜੋ ਤੁਸੀਂ ਬਾਰ-ਬਾਰ ਰਿਪੀਟ ਕਰਾਉਂਦੇ ਹੋ, ਮਤਲਬ ਜੋ ਤੁਸੀਂ ਉਹਨਾਂ ਨੂੰ ਬਾਰ-ਬਾਰ ਦੱਸ ਰਹੇ ਹੋ ਤਾਂ ਉਹਦੇ ਨਾਲ ਕੀ ਇਫੈਕਟਸ ਹੁੰਦਾ, ਉਹ ਫਰੇਜ਼ਸ ਕੀ ਹੁੰਦੇ ਨੇ ਤੇ ਉਹ ਵਰਡਸ ਕਿਵੇਂ ਤੁਸੀਂ ਯੂਜ਼ ਕਰਦੇ ਹੋ। ਸੋ ਪਹਿਲਾਂ ਤੁਸੀਂ ਜਸਟ ਇੱਕ ਪੈਰਾਗ੍ਰਾਫ ਨੂੰ ਰੀਡ ਕਰਨਾ ਹੈ, ਦੂਜਾ ਤੁਸੀਂ ਉਸ ਤੋਂ ਬਾਅਦ ਚੈੱਕ ਕਰਨਾ ਹੈ ਕਿ ਪੈਰਾਗ੍ਰਾਫ ਦੇ ਵਿੱਚ ਕਿੰਨੀਆਂ ਬਲੈਂਕਸ ਨੇ, ਕਿਉਂਕਿ ਕੁਝ ਟਾਈਮ ਐਵੇਂ ਹੁੰਦਾ ਹੈ ਕਿ 1-2% ਚਾਂਸਿਸ ਹੁੰਦੇ ਨੇ ਕਿ ਤੁਸੀਂ ਕਾਹਲੀ ਦੇ ਵਿੱਚ ਕੋਈ ਨਾ ਕੋਈ ਬਲੈਂਕ ਨੂੰ ਖਾਲੀ ਛੱਡ ਦਿੰਦੇ ਹੋ, ਸੋ ਤੁਸੀਂ ਅਟੈਂਪਟ ਨਹੀਂ ਕਰਦੇ। ਬਟ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਤੁਹਾਡੀ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਸੋ ਤੁਸੀਂ ਹਰ ਬਲੈਂਕ ਨੂੰ ਅਟੈਂਪਟ ਜ਼ਰੂਰ ਕਰਨਾ ਹੈ, ਚਾਹੇ ਤੁਹਾਨੂੰ ਆਉਂਦਾ ਹੈ ਚਾਹੇ ਤੁਹਾਨੂੰ ਨਹੀਂ ਆਉਂਦਾ। ਇਨ ਕੇਸ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਆਪਣਾ ਗੈਸ ਯੂਜ਼ ਕਰ ਸਕਦੇ ਹੋ ਕਿ ਇੱਥੇ ਇਹ ਆਪਸ਼ਨ ਹੋ ਸਕਦੀ ਹੈ। ਸੋ ਜਿਵੇਂ ਫਸਟ ਲਾਈਨ ਤੋਂ ਮੈਂ ਸਟਾਰਟ ਕਰ ਰਹੀ ਹਾਂ। Assessments of language learning in 18-month-old suggest that children are better at grasping the names of objects with repeated syllables। Means ਜੇ ਤੁਸੀਂ 18 months old ਦੀ ਗੱਲ ਕਰ ਰਹੇ ਹਾਂ ਬੱਚਿਆਂ ਦੀ, ਕਿ ਜੇ ਤੁਸੀਂ ਉਹਨਾਂ ਨੂੰ ਰਿਪੀਟਡ ਸਿਲੇਬਲਸ ਯੂਜ਼ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਈਜ਼ਲੀ ਕੁਛ ਲਰਨ ਕਰਵਾ ਸਕਦੇ ਹੋ। ਨੇਮ ਆਫ ਦੀ ਆਬਜੈਕਟਸ, ਜਿਵੇਂ ਇੱਥੇ ਨੇਮ ਆਫ ਦੀ ਆਬਜੈਕਟਸ ਦੀ ਗੱਲ ਕੀਤੀ ਹੈ, ਤਾਂ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਜਲਦੀ ਯਾਦ ਕਰਵਾ ਸਕਦੇ ਹੋ। Over words with non-identical syllables. Researchers say the study may help explain dash of some words or phrases। Means ਉਹਨੇ ਕਿਹਾ ਕਿ ਜਿਹੜੇ ਰਿਸਰਚਰਸ ਨੇ ਉਹ ਇਸ ਤਰੀਕੇ ਨਾਲ ਵਧੀਆ ਮਤਲਬ ਐਕਸਪਲੇਨ ਕਰ ਸਕਦੇ ਨੇ ਕਿ ਇਹਦੇ ਕੋਲ ਆਪਸ਼ਨਸ ਨੇ that some words or phrases and whether some words or phrases then however and why। ਹੁਣ ਇਹਦੇ ਚੋਂ ਮਤਲਬ ਜਿਹੜਾ ਹਾਊ ਐਵਰ ਹੈਗਾ ਉਹ ਸਾਡੇ ਕੋਲ ਨਹੀਂ ਸੂਟ ਕਰਦਾ, ਕਿਉਂਕਿ ਹਾਊ ਐਵਰ ਦਾ ਜਿਹੜਾ ਮੀਨਿੰਗ ਹੁੰਦਾ ਉਹ ਹੁੰਦਾ ਕਿ ਇਟ ਡਜ਼ਨਟ ਮੈਟਰ ਹਾਊ। ਬਟ ਇੱਥੇ ਉਹਨੇ ਗੱਲ ਕਰੀਏ ਕਿ ਦੀ ਸਟੱਡੀ ਮੇ ਹੈਲਪ ਐਕਸਪਲੇਨ। ਸੋ ਹਾਊ ਐਵਰ ਵਰਡ ਤਾਂ ਸਾਡੇ ਕੋਲ ਨਹੀਂ ਆਏਗਾ, ਕਿਉਂਕਿ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਐਲੀਮੀਨੇਸ਼ਨ ਸਟ੍ਰੈਟਜੀ। ਜੇ ਤੁਹਾਡੇ ਕੋਲ 4 ਆਪਸ਼ਨਸ ਨੇ ਤਾਂ ਤੁਸੀਂ ਟਰਾਈ ਕਰਨਾ ਕਿ ਤੁਸੀਂ 2 ਆਪਸ਼ਨਸ ਪਹਿਲਾਂ ਹੀ ਐਲੀਮੀਨੇਟ ਕਰ ਦਿਓ। ਸੋ ਹਾਊ ਐਵਰ ਨਹੀਂ ਯੂਜ਼ ਹੋਏਗਾ, ਕਿਉਂਕਿ ਹਾਊ ਐਵਰ ਆਪਾਂ ਉੱਥੇ ਯੂਜ਼ ਕਰ ਦੇਂਗੇ ਜਿੱਥੇ ਆਪਾਂ ਨੂੰ ਮੈਟਰ ਹੀ ਨਹੀਂ ਕਰਦਾ ਕਿ ਇਹ ਕੀ ਚੀਜ਼ ਹੈਗੀ ਹੈ। ਸੋ ਹਾਊਐਵਰ ਇੱਥੇ ਨਹੀਂ ਆਪਾਂ ਯੂਜ਼ ਕਰ ਸਕਦੇ। ਉਸ ਤੋਂ ਬਾਅਦ ਆਉਂਦਾ ਵੈਦਰ। ਵੈਦਰ ਹੁੰਦਾ ਕਿ ਦਿਸ ਔਰ ਦੈਟ, ਮਤਲਬ ਜਾਂ ਇਹ ਹੈ ਜਾਂ ਫਿਰ ਉਹ ਹੈਗਾ। ਸੋ ਦਿਸ ਔਰ ਦੈਟ ਇਹ ਆਪਸ਼ਨ ਵੀ ਸਾਡੀ ਇੱਥੇ ਯੂਜ਼ ਨਹੀਂ ਹੋਏਗੀ। ਸੋ ਆਪਾਂ ਦੈਟ ਵੀ ਯੂਜ਼ ਕਰ ਸਕਦੇ ਹਾਂ, ਵਾਈ ਵੀ ਯੂਜ਼ ਕਰ ਸਕਦੇ ਹਾਂ। ਬਟ ਇੱਥੇ ਕਰੈਕਟ ਆਪਸ਼ਨ ਕੀ ਆਏਗੀ? ਅਗਰ ਮੈਂ ਇੱਥੇ ਦੈਟ ਯੂਜ਼ ਕਰਦੀ ਹਾਂ ਤਾਂ ਦੈਟ ਸਮ ਵਰਡਸ ਔਰ ਫਰੇਜ਼ਸ ਵੀ ਹੋ ਸਕਦਾ, ਕੈਨ ਬੀ ਦੀ ਕਰੈਕਟ ਆਪਸ਼ਨ। ਬਟ ਆਪਾਂ ਯੂਜ਼ ਕਰਾਂਗੇ ਵਾਈ। ਵਾਈ ਕਿਉਂ ਉਹਨੇ ਕਿਹਾ ਹੈ ਕਿ ਜਿਹੜੇ ਰਿਸਰਚਰਸ ਨੇ ਉਹ ਐਵੇਂ ਐਕਸਪਲੇਨ ਕਰ ਸਕਦੇ ਨੇ ਕਿ ਜਿਹੜੇ ਕੁਝ ਵਰਡਸ ਔਰ ਫਰੇਜ਼ਸ ਹੈ ਸਚ ਐਸ ਟ੍ਰੇਨ ਐਂਡ ਗੁੱਡ ਨਾਈਟ। मैं अगे लाइन पढ़ रही हाँ। ट्रेन एंड गुड नाइट है गिवन राइज टू वर्जन विद रिपीटेड सिलेबल सच एज चू एंड नाइट नाइट। लाइक चू ਦੀ ਆਵਾਜ਼ ਹੈ ਤਾਂ ਉਹਨੂੰ ਟ੍ਰੇਨ ਨਾਲ ਆਪਾਂ ਉਹਨੂੰ ਲਰਨ ਕਰਵਾ ਸਕਦੇ ਹਾਂ, ਕਿਉਂਕਿ ਬੱਚਿਆਂ ਨੂੰ ਅਗਰ ਆਪਾਂ ਨੇ ਲਰਨ ਕਰਵਾਉਣਾ ਤਾਂ ਕੁਝ ਆਪਾਂ ਚੀਜ਼ਾਂ ਦੱਸਦੇ ਹਾਂ। ਸੋ ਜਿਹੜਾ ਨਾਈਟ ਹੋ ਗਿਆ ਦੈਟ ਇਜ਼ ਰਿਲੇਟਡ ਟੂ ਦੀ ਗੁੱਡ ਨਾਈਟ। ਸੋ ਇੱਥੇ ਆਪਾਂ ਕਹੋਗੇ ਕਿ ਵਾਈ ਆਪਸ਼ਨ ਜਿਹੜਾ ਹੋਏਗਾ ਉਹ ਕਰੈਕਟ ਹੋਏਗਾ, ਦੈਟ ਸਾਡੇ ਕੋਲ ਨਹੀਂ ਆਏਗਾ, ਕਿਉਂਕਿ ਕੁਝ ਵਰਡਸ ਮਤਲਬ ਜਿਵੇਂ ਆਪਾਂ ਉਹਨੇ ਰਿਲੇਟ ਕਰਤਾ ਕਿ ਚੂਚੂ ਨੂੰ ਟ੍ਰੇਨ ਨਾਲ ਰਿਲੇਟ ਕਰਤਾ ਤੇ ਨਾਈਟ ਨੂੰ ਗੁੱਡ ਨਾਈਟ ਨਾਲ।
तो उस तो बाद नेक्स्ट लाइन है दी रिसर्चर्स से सच वर्ड्स आर ਈਜ਼ੀਅਰ ਫॉर ਇਨਫੈਂਟਸ ਟੂ ਲਰਨ ਮੀਨਸ ਜੇ ਤੁਸੀਂ ਇਹ ਵਰਡਸ ਯੂਜ਼ ਕਰਕੇ ਉਹਨਾਂ ਨੂੰ ਯਾਦ ਕਰਵਾਓਗੇ ਤਾਂ ਉਹਨਾਂ ਲਈ ਜਿਹੜਾ ਲਰਨਿੰਗ ਹੈਗੀ ਹੈ ਉਹ ਜ਼ਿਆਦਾ ਈਜ਼ੀ ਹੋਏਗੀ ਐਂਡ ਮੇ ਪ੍ਰੋਵਾਈਡ them ਇਸ ਨਾਲ ਕੀ ਹੋਏਗਾ ਅ ਸਟਾਰਟਰ ਪੁਆਇੰਟ ਫॉर ਵੋਕੈਬਲਰੀ ਲਰਨਿੰਗ ਜਿਹੜੀ ਉਹਨਾਂ ਦੀ ਵੋਕੈਬ ਹੈਗੀ ਹੈ ਉਹ ਜ਼ਿਆਦਾ ਵਧੀਆ ਬਣੇਗੀ ਮਤਲਬ ਉਹਨਾਂ ਦਾ ਇੱਕ ਪੁਆਇੰਟ ਮਿਲੇਗਾ ਉਹਨਾਂ ਨੂੰ ਵੋਕੈਬਲਰੀ ਸਿੱਖਣ ਵਾਸਤੇ ਹੁਣ ਇੱਥੇ ਆਪਸ਼ਨ ਨੇ ਐਜ਼ ਅ ਸਟਾਰਟਰ ਪੁਆਇੰਟ ਫॉर ਅ ਸਟਾਰਟਰ ਪੁਆਇੰਟ ਇਨ ਅ ਸਟਾਰਟਰ ਪੁਆਇੰਟ ਔਰ ਵਿਦ ਅ ਸਟਾਰਟਰ ਪੁਆਇੰਟ ਸੋ ਸਾਡੇ ਕੋਲ ਜਿਹੜੀ ਪਹਿਲੀ ਆਪਸ਼ਨ ਹੈ ਫॉर ਹੋ ਗਈ ਫॉर ਜਿਹੜੀ ਹੁਣ ਆਪਾਂ ਕਰਨਾ ਹੈ ਇਲੀਮੀਨੇਟ ਸੋ ਆਪਾਂ ਇੱਥੇ ਫॉर ਨਹੀਂ ਲਵਾਂਗੇ ਕਿਉਂਕਿ ਫॉर ਅ ਸਟਾਰਟਰ ਪੁਆਇੰਟ ਕਦੇ ਵੀ ਨਹੀਂ ਹੁੰਦਾ ਕਿ ਉਹ ਸਟਾਰਟਰ ਪੁਆਇੰਟ ਲਈ ਸੋ ਫॉर ਸਾਡੀ ਕਦੇ ਵੀ ਇੱਥੇ ਆਪਸ਼ਨ ਨਹੀਂ ਆਏਗੀ ਉਸ ਤੋਂ ਬਾਅਦ ਹੋ ਗਿਆ ਇਨ ਅ ਸਟਾਰਟਰ ਪੁਆਇੰਟ ਸੋ ਜੇ ਆਪਾਂ ਸਟਾਰਟਰ ਪੁਆਇੰਟ ਦੀ ਗੱਲ ਕਰੀਏ ਤਾਂ ਉਹਦੇ ਨਾਲ ਆਪਣਾ ਕਦੇ ਵੀ ਇਨ ਯੂਜ਼ ਨਹੀਂ ਹੁੰਦਾ ਉਸ ਤੋਂ ਬਾਅਦ ਹੋ ਗਿਆ ਐਜ਼ ਅ ਸਟਾਰਟਰ ਪੁਆਇੰਟ ਸੋ ਅਸੀਂ ਕਿਹਾ ਕਿ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਤਾਂ ਪ੍ਰੋਵਾਈਡ ਦਾ ਮਤਲਬ ਪ੍ਰੋਵਾਈਡ them ਅ ਸਟਾਰਟਰ ਪੁਆਇੰਟ ਸੋ ਇੱਥੇ ਐਜ਼ ਨਹੀਂ ਆਏਗਾ ਇੱਥੇ ਕੀ ਆਏਗਾ ਕਿ ਆਪਾਂ ਨੂੰ ਉਹਨਾਂ ਨੂੰ ਜਿਹੜੀ ਲਰਨਿੰਗ ਹੈ ਉਹ ਇੱਕ ਤਰ੍ਹਾਂ ਨਾਲ ਸਿਖਾ ਰਹੇ ਹਾਂ ਉਹਨਾਂ ਨੂੰ ਵਿਦ ਅ ਸਟਾਰਟਰ ਪੁਆਇੰਟ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਉਸ ਤੋਂ ਬਾਅਦ ਨੈਕਸਟ ਲਾਈਨ ਹੈ ਅ ਟੀਮ ਫਰੋਮ ਦੀ ਯੂਨੀਵਰਸਿਟੀ ਆਫ Edinburgh assess the infant's language learning behavior in a series of visual and the attention test pictures on a computer screen of two unfamiliar objects. Now options are having, doing, applying and using. Now having is कि ਤੁਹਾਡੇ ਕੋਲ ਕੁਛ ਹੈ, doing is to do something ਤੁਸੀਂ ਕੁਝ ਕਰ ਰਹੇ ਹੋ ਅਪਲਾਈਂਗ ਕੀ ਹੋ ਗਿਆ ਕਿ ਤੁਸੀਂ ਕੁਝ ਕੰਡੀਸ਼ਨ ਕਿਤੇ ਅਪਲਾਈ ਕਰਤੀ that is the applying ਉਸ ਤੋਂ ਬਾਅਦ ਹੁੰਦਾ ਯੂਜ਼ਿੰਗ ਮਤਲਬ ਤੁਸੀਂ ਯੂਜ਼ ਕਰਨਾ ਹੈ ਸੋ ਸਾਡੇ ਕੋਲ ਡੂਇੰਗ ਜਿਹੜਾ ਹੋਏਗਾ ਉਹ ਐਲੀਮੀਨੇਸ਼ਨ ਚ ਪਹਿਲੇ ਹੀ ਆ ਜਾਏਗਾ ਕਿ ਡੂਇੰਗ ਅਸੀਂ ਨਹੀਂ ਯੂਜ਼ ਕਰਾਂਗੇ ਸੋ ਹੈਵਿੰਗ ਹੁੰਦਾ ਕਿ ਸਾਡੇ ਕੋਲ ਹੈ ਬਟ ਆਪਾਂ ਕੀ ਕਹਿ ਰਹੇ ਹਾਂ ਬਿਹੇਵੀਅਰ ਇਨ ਅ ਸੀਰੀਜ਼ ਆਫ ਵਿਜ਼ੂਅਲ ਐਂਡ ਅਟੈਂਸ਼ਨ ਟੈਸਟ ਪਿਕਚਰਸ ਔਨ ਅ ਕੰਪਿਊਟਰ ਸਕਰੀਨ ਆਫ ਟੂ ਅਨਫੈਮਿਲੀਅਰ objects ਸੋ ਆਪਾਂ ਅਪਲਾਈਂਗ ਵੀ ਯੂਜ਼ ਕਰ ਸਕਦੇ ਹਾਂ ਤੇ ਯੂਜ਼ਿੰਗ ਵੀ ਯੂਜ਼ ਕਰ ਸਕਦੇ ਹਾਂ ਹੈਵਿੰਗ ਤੇ ਡੂਇੰਗ ਸਾਡੀ ਐਲੀਮੀਨੇਸ਼ਨ ਸਟੈਟਸ ਦੇ ਵਿੱਚ ਆਏਗਾ ਸੋ ਉਹ ਦੋਨੋਂ ਪਹਿਲਾਂ ਹੀ ਤੁਹਾਡੇ ਇਨਕਰੈਕਟ ਹੋ ਗਏ ਸੋ ਅਪਲਾਈਂਗ ਮਤਲਬ ਹੁੰਦਾ ਹੈ ਕਿ ਅਪਲਾਈ ਕਰਨਾ ਬਟ ਆਪਾਂ ਕੰਪਿਊਟਰ ਸਕਰੀਨ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਇੱਥੇ ਕੀ ਯੂਜ਼ ਕਰਾਂਗੇ ਯੂਜ਼ਿੰਗ with screen of two unfamiliar objects ਉਸ ਤੋਂ ਬਾਅਦ ਹੈਗਾ the two objects were named with made up words which were next is communicated expressed accommodated and accelerated ਸੋ ਇੱਥੇ ਕਮਿਊਨੀਕੇਟਡ ਹੋ ਗਿਆ ਕਿ ਤੁਸੀਂ ਕਿਸੇ ਨੂੰ ਕੋਈ ਮੈਸੇਜ ਕਨਵੇ ਕਰਨਾ ਐਕਸਪ੍ਰੈਸ ਹੋ ਗਿਆ ਕਿ ਤੁਸੀਂ ਜਿਵੇਂ ਆਪਣੀ ਫੀਲਿੰਗਸ ਦੱਸ ਰਹੇ ਹੋ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਮਤਲਬ ਸ਼ੋਅ ਕਰਦੇ ਹੋ ਕਿਵੇਂ ਐਕਸਪ੍ਰੈਸ ਕਰਦੇ ਹੋ ਅਗਰ ਤੁਸੀਂ ਸੈਡ ਹੋ ਜਾਂ ਹੈਪੀ ਹੋ ਦੈਟ ਇਜ਼ ਦੀ ਐਕਸਪ੍ਰੈਸ ਨੈਕਸਟ ਇਜ਼ ਅਕੋਮੋਡੇਟ ਹੁੰਦਾ ਕਿ ਤੁਸੀਂ ਕਿਸੇ ਨੂੰ ਜਗ੍ਹਾ ਦੇ ਰਹੇ ਹੋ ਦੈਟ ਇਜ਼ ਦੀ ਅਕੋਮੋਡੇਸ਼ਨ ਨੈਕਸਟ ਇਜ਼ ਦੀ ਐਕਸਲਰੇਟਡ ਮੀਨਸ ਮਤਲਬ ਉਹ ਐਕਸਲਰੇਟ ਕਰਨਾ ਚੱਲਣਾ ਸੋ ਐਕਸਲਰੇਟਡ ਵੀ ਨਹੀਂ ਆਏਗਾ ਤੇ ਅਕੋਮੋਡੇਟਡ ਵੀ ਨਹੀਂ ਆਏਗਾ ਕਿਉਂਕਿ ਉਹਨੇ ਕਿਹਾ ਕਿ ਦੀ ਟੂ ਆਬਜੈਕਟਸ ਵਰ ਨੇਮਡ ਵਿਦ ਮੇਡ ਅਪ ਵਰਡਸ ਵਿਚ ਵਰ ਟੂ ਦੀ ਇਨਫੈਂਟਸ ਬਾਈ ਰਿਕਾਰਡਡ ਵੌਇਸ one with identical syllables means ਅਸੀਂ ਉਹ ਜਿਹੜੇ ਰਿਕਾਰਡਡ ਵੌਇਸ ਹੈਗੀ ਹੈ ਉਹਨਾਂ ਦੇ ਜਿਹੜੇ ਇੱਕ ਦੋ ਸੇਮ ਮੀਨਿੰਗਸ ਨੇ ਉਹਦੇ ਨਾਲ ਉਹਨਾਂ ਨੂੰ ਮਤਲਬ ਕਨਵੇ ਕਰ ਰਹੇ ਹਾਂ ਮਤਲਬ ਉਹਨਾਂ ਨੂੰ ਦੱਸ ਰਹੇ ਹਾਂ ਸੋ ਇੱਥੇ ਜਿਹੜੀਆਂ ਕਰੈਕਟ ਆਪਸ਼ਨਸ ਹੋਣਗੀਆਂ ਉਹ ਕਮਿਊਨੀਕੇਟਡ ਵੀ ਹੋ ਸਕਦਾ ਐਕਸਪ੍ਰੈਸਡ ਵੀ ਹੋ ਸਕਦਾ ਬਟ ਅਕੋਮੋਡੇਟਡ ਤੇ ਐਕਸਲਰੇਟਡ ਸਾਡਾ ਨਹੀਂ ਆਏਗਾ ਸੋ ਤੁਸੀਂ ਫਰਸਟ ਪੁਆਇੰਟ ਦੇ ਵਿੱਚ ਕੀ ਕਰਨਾ ਦੋਨਾਂ ਨੂੰ ਐਲੀਮੀਨੇਟ ਕਰ ਦੇਣਾ ਸੋ ਐਕਸਪ੍ਰੈਸ ਤਾਂ ਹੁੰਦਾ ਕਿ ਤੁਸੀਂ ਐਕਸਪ੍ਰੈਸ ਕਰਨਾ ਬਟ ਆਪਾਂ ਇੱਥੇ ਕੀ ਕਹਿ ਰਹੇ ਕਿ ਆਪਾਂ ਉਹਨਾਂ ਨੂੰ ਰਿਕਾਰਡਡ ਵੌਇਸ ਨਾਲ ਦੱਸਣਾ ਸੋ ਇੱਥੇ ਕਿਹੜੀ ਆਪਸ਼ਨ ਆਏਗੀ ਕਮਿਊਨੀਕੇਟਡ ਟੂ ਦੀ ਇਨਫੈਂਟਸ ਬਾਈ ਅ ਰਿਕਾਰਡਡ ਵੌਇਸ one with two identical syllables for example nini and the other without repeated syllables such as bole the infants were then tested for their recognition of now ਇੱਥੇ ਆ ਗਿਆ recognition of options ਨੇ another dual each and one ਸੋ ਇਹਦੇ ਵਿੱਚ ਕੀ ਹੁੰਦਾ ਕਿ another ਹੁੰਦਾ ਕਿ ਦੂਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ dual ਮਤਲਬ ਹੋ ਗਿਆ ਕਿ ਦੋ ਉਸ ਤੋਂ ਬਾਅਦ ਆਉਂਦਾ each ਮਤਲਬ ਹਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹਰ ਤਰ੍ਹਾਂ ਦੀ ਉਸ ਤੋਂ ਬਾਅਦ ਆ ਗਿਆ one made up word ਸੋ ਇੱਥੇ ਉਹਨੇ ਕਿਹਾ ਕਿ the infants were then tested for their recognition of another dual each ਜਾਂ one ਸੋ ਆਪਣੇ ਕੋਲ ਕੀ ਆਏਗਾ ਕਿ ਆਪਾਂ ਉਹਨੂੰ ਦੋ ਆਇਡੈਂਟੀਕਲ ਜਿਵੇਂ ਵਰਡਸ ਹੋ ਗਿਆ ਤਾਂ ਉਹਦੀ ਐਗਜ਼ਾਮਪਲ ਦੇਤੀ ਫਿਰ ਅਦਰ ਵਿਦਆਊਟ ਰਿਪੀਟਡ ਸਿਲੇਬਲਸ ਸੋ
हर वर्ड की गल हो रही है तो हर वर्ड वास्ते की आएगा ईच मेड अप वर्ड। सो उस तो बाद तुहाडी इत्थे जिहड़ी हैगी है ब्लैंक्स खत्म हो जांदियां बट उस तो बाद भी तुहाडे कोल दो लाइनस हुंदियां। सो कई स्टूडेंट की करते हैं कि जिमें ये लाइन उन्होंने इत्थे छड्डती ते अगे वो नहीं पढ़ते बट सम टाइम की हुंदा है कि जिहड़ी तुहाडी ए वाली ब्लैंक है उहदी जिहड़ी ऑप्शन है वो नैक्सट ब्लैंक दे विच पई हुंदी है। फॉर एग्जाम्पल रिकॉर्डिंग्स ऑफ देयर आई मूवमेंट शोड देयर लुक मोर लाइवली एट द ऑब्जेक्ट लेबल विद रिपीटेड syllables than the other object. Researchers validated their results with a control test in which the infants responded to pictures of familiar objects such as dog or an apple. सो एवें तुसी अपने आंसर चैक कर सकते हो। सो ਜਿਹੜੀਆਂ ऑप्शन ਸੀਗੀਆਂ ਉਹ ਇਹ ਸੀਗੀਆਂ ਇਹਦੇ ਵਿੱਚ। सो इस तरह नाल मैं एक दो होर एग्जाम्पल लए ने ਆਪਾਂ ਨੈਕਸਟ एग्जाम्पल डिस्कस करते हैं कि नैक्सट एग्जाम्पल अपना की हैगा। नैक्सट पेज ते जाके पेज नंबर 4 ਤੇ ਨੈਕਸਟ ਹੈਗਾ ਆਪਣਾ ਕਲਚਰਲ ਸਟੱਡੀਜ਼। मतलब ਇਹ एग्जाम्पल्स जे तुसी गल कर रहे हो प्रडिक्शनस की रीडिंग एंड राइटिंग फिलिंग द ब्लैंक्स दे विच तां बहुत सारे एग्जाम्पल्स ने पर जिवें मैं बच्चों नूं टीच करदी हां तां उन्हां नूं कुछ प्रॉब्लम्स आउंदियां ने तां करके मैं कुछ पैराग्राफ लए ने कि तुसी उहदे विचों मतलब किवें सिलैक्ट कर सकते हो। सो नैक्सट हैगा अपने कोल कल्चरल स्टडीज़। सो इहदे विच गल हो रही है सो सब तो पहला आपां ने की करना है कि पैराग्राफ नूं रीड करना है तो उस तो बाद आपां ने कॉन्टैक्सट नूं अंडरस्टैंड करना है कि किस बारे गल हो रही है। सो इत्थे जिहड़ा पैराग्राफ है उहदा जिहड़ा नाम हैगा वो ऑलरेडी गिवन हैगा कि इत्थे कल्चरल स्टडीज़ की गल हो रही है। सो आपां इहनूं स्टार्ट करते हैं। सब तो पहला जिहड़ियां ब्लैंक्स ने इहदे विच कितनियां ब्लैंक्स ने आई थिंक 7 ब्लैंक्स हैं। सो फर्स्ट लाइन तो स्टार्ट करते हैं। कल्चरल स्टडी इज़ अ न्यू वे ऑफ एंगेजिंग in the study of culture. In the past, many academic subjects including anthropology, history, literary studies, human geography and the sociology have brought their own disciplinary concern to the study of culture. So अपनी जिहड़ी लाइन सीगी वो इत्थे खत्म हो गई जिवें उन्हें कहा कि कल्चर स्टडी जिहड़ा हैगा वो अंगेजिंग इन दी स्टडी ऑफ कल्चर ते उहदे विच कई सबजैक्ट्स इनकलूड ने हिस्टरी हो गया, लिटरेरी हो गया, जियोग्राफी हो गया, सोशोलॉजी हो गया तो एवें दे मतलब जिहड़े सबजैक्ट्स ने वो आपां इनकलूड कर रहे हैं। फिर उस तो बाद उन्हें यूज़ किया हाउ एवर then subsequently and consistently in recent decades there has been a सो अपने कोल इत्थे ऑप्शंस ने हाउ एवर then तो उस तो बाद है अपने कोल सबसीक्वेंटली एंड कंसिस्टेंटली। सो सब तो पहला आपने की करना है कि एलिमीनेट करना है। सो जे आप गल करिए सबसीक्वेंटली तो सबसीक्वेंटली हुंदा कि एक तो बाद एक उदा ए ऑप्शन मतलब मीनिंग उदा ए हुंदा है। उस तो बाद हो गया कंसिस्टेंटली। कंसिस्टेंटली मीन हो गया कि सेम मतलब सेम उहदे विच तुसी वो चीज़ कर रहे हो। दैन दा मतलब हो गया उस तो बाद मतलब फिर की होया जिवें आपां कहंदे दैन तां की हो गया। सो सब तो पहला हो गया हाउ एवर। सो इन्हां जे आपां जदों इनू एलिमीनेट करांगे तो अपने कोल जिहड़ी एलिमीनेट होएगी सबसीक्वेंटली ते कंसिस्टेंटली क्योंकि ये दोनों ऑप्शनस इत्थे नहीं करैक्ट हो सकदियां। हाउ एवर भी हो सकता है दैन भी हो सकता है बट उन्हें गल की कीती है इन रीसेंट डिकेड्स देयर हैज़ बीन अ इंटरस्ट इन द स्टडी ऑफ कल्चर। सो इत्थे उन्हें उस चीज़ की गल करती कि ये आपां ने कल्चर स्टडी दे विच ये वाले अकैडमिक सबजैक्ट्स आपां लैके आए। सो हाउ एवर इत्थे की होएगा अपने कोल करैक्ट ऑप्शन होएगी। सो उस तो बाद हैगा इन रीसेंट डिकेड्स देयर हैज़ बीन अ हुण देयर हैज़ बीन अ इंटरस्ट इन द स्टडी ऑफ कल्चर दैट हैज़ क्रॉस डिसिप्लिनरी। सो इत्थे ऑप्शन ने रिन्यूड रिन्यूएबल रिन्यूइंग एंड रिन्यू मतलब उन्हें जी फर्स्ट फॉर्म भी देती पास्ट फॉर्म भी देती ING भी देती तो रिन्यूएबल भी देती। सो रिन्यूएबल तो नहीं आएगा क्योंकि LE का उन्हें यूज़ कर लिया थे तो रिन्यूइंग भी नहीं आएगा क्योंकि ING की गल हो रही है। सो अपने कोल हैज़ बीन हैगा इत्थे तुसी ग्रामर यूज़ कर सकते हो तो ग्रामर के नाल अगर आप हैज़ बीन की गल करिए तो अपने कोल की आएगा रिन्यूड इंटरस्ट इन द स्टडी ऑफ कल्चर। उस तो बाद हैगा दैट हैज़ क्रॉस डिसिप्लिनरी डिस्क्रिमिनेशंस सिमिलैरिटीज़ बाउंड्रीज एंड द डिफरेंशिएशंस। अगर आप डिस्क्रिमिनेशन की गल करिए तो मतलब हुंदा है कि
ਡਿਫਰੈਂਸ਼ੀਏਟ ਕਰਨਾ ਜਾਂ ਡਿਫਰੈਂਸ ਕਰਨਾ ਕਿਸੇ ਦੇ ਵਿੱਚ, ਜਾਂ ਉਹਨੂੰ ਆਪਾਂ ਕਹਿੰਦੇ ਭੇਦਭਾਵ ਅਗਰ ਆਪਾਂ ਪੰਜਾਬੀ ਦੀ ਗੱਲ ਕਰੀਏ। ਦੈਨ ਉਸ ਤੋਂ ਬਾਅਦ ਹੋ ਗਿਆ ਸਿਮਿਲੈਰਿਟੀਜ਼ ਮੀਨਸ ਸਿਮਿਲਰ, ਬਾਉਂਡਰੀਜ਼ ਮੀਨਸ ਜੋ ਤੁਹਾਡੀਆਂ ਕੁਛ ਬਾਉਂਡਰੀਜ਼ ਨੇ, ਜੋ ਤੁਹਾਡੇ ਮਤਲਬ ਕੁਛ ਗੋਲਸ ਨੇ ਜਿਹੜੇ ਤੁਸੀਂ ਕਹਿੰਦੇ ਕਿ ਇਹ ਮੇਰੀ ਬਾਉਂਡਰੀ ਹੈ ਜਾਂ ਮੈਂ ਇਸ ਤੋਂ ਬਾਹਰ ਨਹੀਂ ਇਹ ਚੀਜ਼ ਕਰ ਸਕਦਾ। ਦੈਨ ਡਿਫਰੈਂਸ਼ੀਏਸ਼ਨਸ, ਸੋ ਡਿਫਰੈਂਸ਼ੀਏਸ਼ਨਸ ਤਾਂ ਹੋ ਗਿਆ ਕਿ ਤੁਸੀਂ ਕਿਸੇ ਚੀਜ਼ ਨਾਲ ਡਿਫਰੈਂਸ਼ੀਏਟ ਕਰ ਰਹੇ ਹੋ। ਸੋ ਡਿਫਰੈਂਸ਼ੀਏਸ਼ਨ ਵੀ ਤੁਹਾਡਾ ਕਰੈਕਟ ਆਪਸ਼ਨ ਨਹੀਂ ਹੋਏਗਾ, ਡਿਸਕ੍ਰਿਮੀਨੇਸ਼ਨ ਵੀ ਤੁਹਾਡਾ ਕਰੈਕਟ ਆਪਸ਼ਨ ਨਹੀਂ ਹੋਏਗਾ। ਮਤਲਬ ਇਹ ਦੋਨੋਂ ਤੁਸੀਂ ਸਟਾਰਟਿੰਗ ਦੇ ਵਿੱਚ ਐਲੀਮੀਨੇਟ ਕਰਤਾ ਤਾਂ ਬਚਿਆ ਤੁਹਾਡੇ ਕੋਲ ਕੀ, ਸਿਮਿਲੈਰਿਟੀਜ਼ ਤੇ ਬਾਉਂਡਰੀਜ਼। ਬਟ ਉਸ ਤੋਂ ਬਾਅਦ ਉਹਨੇ ਕੀ ਗੱਲ ਕੀਤੀ ਹੈ, ਦੀ ਡੈਸ਼ ਐਕਟੀਵਿਟੀਜ਼ ਐਂਡ ਕਲਚਰਲ ਸਟੱਡੀਜ਼ ਹੈਵ ਅਮਰਜਡ ਐਸ ਐਨ ਇੰਟ੍ਰਿਗਿੰਗ ਐਂਡ ਐਕਸਾਈਟਿੰਗ ਏਰੀਆ ਆਫ ਇੰਟੈਲੈਕਚੁਅਲ। ਸੋ ਇੱਥੇ ਕੀ ਹੋਏਗਾ, ਬਾਉਂਡਰੀਜ਼, ਕਿਉਂਕਿ ਐਕਟੀਵਿਟੀਜ਼ ਦੀ ਗੱਲ ਹੋਗੀ। ਉਸ ਤੋਂ ਬਾਅਦ ਐਕਟੀਵਿਟੀਜ਼ ਤੋਂ ਪਹਿਲਾਂ ਕੀ ਹੈ, ਸਾਈਮਲਟੇਨੀਅਸ, ਸਪੋਟੇਨੀਅਸ, ਰਿਜ਼ਲਟਿੰਗ ਐਂਡ ਦੀ ਡੈਰੀਵੇਟਿਵ। ਸਾਈਮਲਟੇਨੀਅਸ ਦਾ ਮੀਨਿੰਗ ਹੁੰਦਾ ਹੈ ਕਿ ਨਾਲ ਨਾਲ ਚੱਲਣਾ, ਤੇ ਜੇ ਆਪਾਂ ਗੱਲ ਕਰੀਏ ਸਪੋਂਟੇਨੀਅਸ ਦੀ ਤਾਂ ਉਹ ਹੁੰਦਾ ਇੱਕਦਮ, ਮਤਲਬ ਐਟ ਏ ਟਾਈਮ ਜੋ ਤੁਸੀਂ ਕਹਿ ਦਈਏ। ਤਾਂ ਰਿਜ਼ਲਟਿੰਗ ਹੋ ਗਿਆ ਕਿ ਇਸ ਦਾ ਰਿਜ਼ਲਟ ਕੀ ਨਿਕਲਿਆ। ਦੈਨ ਡੈਰੀਵੇਟਿਵ, ਸੋ ਸਪੋਂਟੇਨੀਅਸ ਨਹੀਂ ਹੋਏਗਾ, ਡੈਰੀਵੇਟਿਵ ਨਹੀਂ ਹੋਏਗਾ ਕਿ ਕਿਸੇ ਵੀ ਤਰ੍ਹਾਂ ਨਾਲ ਇਹਨਾਂ ਦਾ ਕੋਈ ਮੀਨਿੰਗ ਨਹੀਂ ਬਣ ਰਿਹਾ ਇੱਥੇ। ਤਾਂ ਰਿਜ਼ਲਟਿੰਗ ਵੀ ਹੋ ਸਕਦਾ ਹੈ, ਸਾਈਮਲਟੇਨੀਅਸ ਵੀ ਹੋ ਸਕਦਾ ਹੈ। ਬਟ ਆਪਾਂ ਉਸ ਤੋਂ ਪਹਿਲੇ ਕੀ ਯੂਜ਼ ਕਰੀਏ, ਬਾਉਂਡਰੀਜ਼ ਦੀ ਗੱਲ ਕਰੀਏ ਕਿ ਹੈਜ਼ ਕ੍ਰੋਸਡ, ਮਤਲਬ ਉਹਨਾਂ ਨੇ ਉਹ ਬਾਉਂਡਰੀਜ਼ ਜਿਹੜੀਆਂ ਨੇ ਉਹ ਕ੍ਰੋਸ ਕੀਤੀਆਂ, ਤਾਂ ਉਹਦਾ ਰਿਜ਼ਲਟ ਕੀ ਹੋਏਗਾ। ਸੋ ਆਪਾਂ ਇੱਥੇ ਕੀ ਲਵਾਂਗੇ, ਰਿਜ਼ਲਟਿੰਗ। Activities and culture studies have emerged as a intriguing and the exciting area of intellectual inquiry which has already shed important new life on the character of human cultures and which have promised, promising, promises, would have promised। ਹੁਣ ਸੋ ਇਸ ਬਲੈਂਕ ਦੇ ਵਿੱਚ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ ਕੀ ਯੂਜ਼ ਕਰਨਾ ਹੈਗਾ ਇਹਦੇ ਵਿੱਚ, ਕਿ ਕੀ ਸਾਡਾ ਉਹ ਆਪਸ਼ਨ ਆਏਗੀ। ਸੋ ਇੱਥੇ ਸਾਡੇ ਕੋਲ ਆਪਸ਼ਨ ਹੈ ਕਿ ਮੋਸਟਲੀ ਬੱਚੇ ਇੱਥੇ ਕੀ ਕਰਦੇ ਆ ਕਿ ਵਿਚ ਹੈਗਾ ਤਾਂ ਇੱਥੇ ਹੈਵ ਹੀ ਆਏਗਾ, ਹੈਵ ਪ੍ਰੋਮਿਸਡ, ਜਾਂ ਪ੍ਰੋਮਿਸਿੰਗ ਤਾਂ ਨਹੀਂ ਆਏਗਾ, ਵਿਚ ਪ੍ਰੋਮਿਸਿੰਗ ਨਹੀਂ ਆਏਗਾ, ਤੇ ਵੁੱਡ ਹੈਵ ਪ੍ਰੋਮਿਸ ਨਹੀਂ ਆਏਗਾ। ਸੋ ਜਿਹੜੀ ਮੇਨਲੀ ਜਿਹੜੀ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਉਹ ਇੱਥੇ ਹੁੰਦੀ ਹੈ ਕਿ ਇੱਥੇ ਹੈਵ ਪ੍ਰੋਮਿਸਡ ਆਉਣਾ ਹੈ ਜਾਂ ਪ੍ਰੋਮਿਸਿਸ ਆਉਣਾ ਹੈ। ਸੋ ਇਹ ਦੋਨੋਂ ਆਪਸ਼ਨ ਤਾਂ ਨਹੀਂ ਆਉਣਗੀਆਂ, ਪ੍ਰੋਮਿਸਿੰਗ ਵੀ ਨਹੀਂ ਆਏਗਾ, ਵੁੱਡ ਹੈਵ ਪ੍ਰੋਮਿਸਡ ਵੀ ਨਹੀਂ ਆਏਗਾ। ਸੋ ਆਪਾਂ ਹੈਵ ਪ੍ਰੋਮਿਸਡ ਮੋਸਟਲੀ ਸਟੂਡੈਂਟ ਯੂਜ਼ ਕਰਦੇ ਨੇ, ਜਿਹੜੀ ਉਹਨਾਂ ਕੋਲੋਂ ਮਿਸਟੇਕ ਹੋਈ ਹੈ, ਤਾਂ ਹੀ ਮੈਂ ਇਹ ਪੈਰਾਗ੍ਰਾਫ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਪ੍ਰੋਮਿਸਿਸ ਵੀ ਯੂਜ਼ ਕਰ ਸਕਦੇ ਹਾਂ ਆਪਾਂ। ਸੋ ਮੈਂ ਇੱਥੇ ਪ੍ਰੋਮਿਸਿਸ ਹੀ ਯੂਜ਼ ਕਰਾਂਗੀ। ਇਸ ਦਾ ਰੀਜ਼ਨ ਕੀ ਹੈਗਾ ਕਿ ਇੱਥੇ ਜਿਹੜੀ ਉਹਨੇ ਗੱਲ ਕੀਤੀ, ਉਹਨੇ ਸਟੱਡੀਜ਼ ਹੈਵ, ਸੋ ਬੱਚੇ ਇੱਥੋਂ ਗੈਸ ਮਾਰਦੇ ਨੇ ਕਿ ਇੱਥੇ ਵੀ ਹੈਵ ਹੀ ਆਏਗਾ, ਜੋ ਮਤਲਬ ਮੇਰੇ ਬੱਚਿਆਂ ਨਾਲ ਇੰਟਰੈਕਸ਼ਨ ਹੁੰਦੀ ਹੈ ਕਿ ਜੇ ਇੱਥੇ ਹੈਵ ਹੈ ਤਾਂ ਇੱਥੇ ਵੀ ਮੈਡਮ ਵਿਚ ਹੈਵ ਹੀ ਆਏਗਾ। ਸੋ ਬਟ ਇੱਥੇ ਉਹਨੇ ਗੱਲ ਕੀ ਕੀਤੀ ਹੈ, ਵਿਚ ਹੈਵ ਇਮਰਜ ਐਜ਼ ਐਨ ਇੰਟ੍ਰਿਗਿੰਗ ਐਂਡ ਦੀ ਐਕਸਾਈਟਿੰਗ ਏਰੀਆ ਆਫ ਇੰਟੈਲੈਕਚੁਅਲ ਇਨਕੁਆਇਰੀ। ਮਤਲਬ ਉਸ ਚੀਜ਼ ਦੇ ਬਾਰੇ ਉਹ ਗੱਲ ਕਰ ਰਿਹਾ, ਬਟ ਉਹਨੇ ਕੀ ਕਿਹਾ, ਵਿਚ ਹੈਜ਼ ਆਲਰੇਡੀ ਸ਼ੈਡ, ਮਤਲਬ ਉਹ ਪਹਿਲਾਂ ਹੀ ਇਹ ਜਿਹੜਾ ਇੰਪੋਰਟੈਂਟ ਨਿਊ ਲਾਈਫ ਦਾ ਕਰੈਕਟਰ ਦਾ ਕਲਚਰ ਹੈ ਉਸ ਉੱਤੇ ਉਹਨੇ ਮਤਲਬ ਉਹ ਚੀਜ਼ ਕੀਤੀ ਹੈ। ਤੇ ਅੱਗੇ ਉਹ ਕੀ ਕਰੇਗਾ, ਉਹ ਕੰਟੀਨਿਊ ਕਰੇਗਾ ਇਸ ਚੀਜ਼ ਨੂੰ। ਸੋ ਆਪਾਂ ਜੇ ਉਹ ਕੰਟੀਨਿਊ ਕਰ ਰਿਹਾ, ਮਤਲਬ ਇੱਥੇ ਉਹਨੇ ਪ੍ਰੈਜ਼ੈਂਟ ਦੀ ਗੱਲ ਕਰਤੀ, ਹੈਵ ਆਪਾਂ ਯੂਜ਼ ਕੀਤਾ, ਸੋ ਇੱਥੇ ਵੀ ਉਹਨੇ ਕੀ ਕਿਹਾ, ਕੰਟੀਨਿਊ ਹੀ ਕਰੇਗਾ ਇਸ ਚੀਜ਼ ਨੂੰ, ਤਾਂ ਆਪਾਂ ਇੱਥੇ ਕੀ ਯੂਜ਼ ਕਰਾਂਗੇ, ਪ੍ਰੋਮਿਸਿਸ। ਇਸ ਚੀਜ਼ ਨੂੰ ਦੇਖ ਕੇ ਕਿ ਇੱਥੇ ਹੈਵ ਹੈ ਤਾਂ ਇੱਥੇ ਵੀ ਮੈਂ ਹੈਵ ਹੀ ਲਾਉਣਾ, ਉਹ ਚੀਜ਼ ਨਹੀਂ ਕਰਨੀ। ਤੁਸੀਂ ਸੈਂਟੈਂਸ ਦਾ ਕੰਟੈਕਸਟ ਨੂੰ ਅੰਡਰਸਟੈਂਡ ਕਰਨਾ ਹੈ। ਉਸ ਤੋਂ ਬਾਅਦ ਉਹਨੇ ਗੱਲ ਕੀਤੀ ਹੈ ਕਿ ਵਾਈਲ ਦੇयर ਇਜ਼ ਅ ਲਿਟਲ ਡਾਊਟ ਦੈਟ ਕਲਚਰ ਸਟੱਡੀਜ਼ ਆਰ ਕਮਿੰਗ ਟੂ। ਹੁਣ ਇੱਥੇ ਆਪਸ਼ਨ ਨੇ ਫੇਜ਼ ਆਊਟ, ਪੁੱਲ ਟੁਗੈਦਰ, ਬੀ ਵਾਈਡਲੀ ਰਿਕੋਗਨਾਈਜ਼ਡ ਐਂਡ ਬੀ ਨੈਰੋਲੀ ਰਿਡਿਊਸ। ਸੋ ਫੇਜ਼ ਆਊਟ ਇੱਥੇ ਸਾਡੀ ਆਪਸ਼ਨ ਨਹੀਂ ਹੋਏਗੀ, ਕਿਉਂਕਿ ਜਿਹੜਾ ਸਾਡਾ ਫੇਜ਼ ਆਊਟ ਹੈਗਾ ਉਹਦਾ ਕੀ ਮੀਨਿੰਗ ਹੁੰਦਾ ਹੈ ਕਿ ਕੁਛ ਕਿਸੇ ਚੀਜ਼ ਨੂੰ ਵਿਡਰਾ ਕਰਨਾ, ਉਹ ਹੁੰਦਾ ਫੇਜ਼ ਆਊਟ। ਪੁੱਲ ਟੁਗੈਦਰ ਹੁੰਦਾ ਕਿ ਇਕੱਠੇ ਕਿਸੇ ਚੀਜ਼ ਨੂੰ ਖਿੱਚਣਾ। ਉਸ ਤੋਂ ਬਾਅਦ ਹੋ ਗਿਆ ਨੈਰੋਲੀ ਰਿਡਿਊਸ, ਉਹ ਕਿਆ ਹੁੰਦਾ ਕਿ ਲਿਮਿਟਡ ਵੇ ਹੋ ਗਿਆ, ਨੈਰੋਲੀ ਰਿਡਿਊਸ ਕਿਸੇ ਚੀਜ਼ ਦਾ ਲਿਮਿਟਡ ਵੇ ਹੋ ਗਿਆ। ਸੋ ਆਪਣੇ ਕੋਲ ਟੂ ਹੈਗਾ ਤਾਂ ਮੋਸਟਲੀ ਆਪਾਂ ਟੂ ਦੇ ਨਾਲ ਕੀ ਯੂਜ਼ ਕਰਦੇ ਹਾਂ, ਬੀ, ਟੂ ਬੀ, ਕਿਉਂਕਿ ਇਹ ਪ੍ਰੈਪੋਜੀਸ਼ਨ ਹੋ ਗਈ। ਤਾਂ ਉਸ ਤੋਂ ਬਾਅਦ ਕੀ ਹੋ ਗਿਆ, ਵਾਈਡਲੀ recognized as an important and distinctive field of study. It doesn't seem to a potentially enormous area. This is because the term culture has a complex history and range of usages which have provided a legitimate dash of inquiry for several academic disciplines. So first option है dispersion, focus, heart and the center. So dispersion नहीं होएगी, dispersion ਹੁੰਦਾ ਕਿਸੇ ਚੀਜ਼ ਦਾ ਬਿਖਰਨਾ। ਉਸ ਤੋਂ ਬਾਅਦ ਹੋ ਗਿਆ
ਫੋਕਸ ਹੋ ਸਕਦਾ ਹੈ, ਹਾਰਡ ਵੀ ਨਹੀਂ ਹੋਏਗਾ ਕਿਉਂਕਿ ਇੱਥੇ ਆਪਾਂ ਡਿਸਿਪਲਿਨਸ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਹਾਰਡ ਵਰਡ ਨਹੀਂ ਯੂਜ਼ ਹੋਏਗਾ। ਨੈਕਸਟ ਹੈਗਾ ਸੈਂਟਰ। ਸੋ ਫੋਕਸ ਔਰ ਸੈਂਟਰ ਦੋਨਾਂ ਦੇ ਵਿੱਚ ਆਪਾਂ ਦੋਨੋਂ ਹੀ ਯੂਜ਼ ਕਰ ਸਕਦੇ ਹਾਂ, ਮਤਲਬ ਮੇਰੇ ਅਕੋਰਡਿੰਗ ਆਪਾਂ ਸੈਂਟਰ ਵੀ ਯੂਜ਼ ਕਰ ਸਕਦੇ ਹਾਂ, ਫੋਕਸ ਵੀ ਯੂਜ਼ ਕਰ ਸਕਦੇ ਹਾਂ, ਬਟ ਆਪਸ਼ਨ ਆਪਣੇ ਕੋਲ ਇੱਕ ਹੀ ਹੋ ਸਕਦੀ ਹੈ, ਦੋਨੋਂ ਮਤਲਬ ਸੇਮ ਟਾਈਮ 'ਤੇ ਆਪਾਂ ਫਿਲ ਨਹੀਂ ਕਰ ਸਕਦੇ। ਸੋ ਆਪਾਂ ਨੇ ਇੱਥੇ ਦੇਖ ਕੇ ਫਿਲ ਕਰਨਾ ਹੈ ਕਿ ਇੱਥੇ ਕੀ ਚੀਜ਼ ਹੋਏਗੀ। ਮੋਸਟਲੀ ਬੱਚੇ ਇੱਥੇ ਸੈਂਟਰ ਹੀ ਫਿਲ ਕਰਦੇ ਨੇ ਕਿਉਂਕਿ ਉਹਨੇ ਕਹਿਤਾ ਆਫ ਇਨਕੁਆਇਰੀ ਫॉर ਸੈਵਰਲ ਐਕੈਡੈਮਿਕ ਡਿਸਿਪਲਿਨ, ਸੈਂਟਰ ਆਫ ਇਨਕੁਆਇਰੀ, ਸੈਂਟਰ ਆਫ ਵੀ ਹੋ ਸਕਦਾ ਹੈ, ਫੋਕਸ ਆਫ ਵੀ ਹੋ ਸਕਦਾ ਹੈ, ਬਟ ਇੱਥੇ ਉਹਨੇ ਕੀ ਗੱਲ ਕਰੀ ਹੈ potentially enormous area, this is because the term culture has a complex history, ਜਿਹੜੀ ਇਹ ਟਰਮ ਹੈਗੀ ਆ ਉਹਦੀ ਹਿਸਟਰੀ ਜਿਹੜੀ ਹੈਗੀ ਆ ਉਹ ਕੰਪਲੈਕਸ ਹੈ, ਐਂਡ ਰੇਂਜ ਆਫ ਯੂਸੇजेस, ਮਤਲਬ ਕਈ ਕਿਸੇ ਤਰ੍ਹਾਂ ਨਾਲ ਵੀ ਉਹਨੂੰ ਯੂਜ਼ ਕਰ ਸਕਦੇ ਹਾਂ, which have provided a legitimate then ਆਪਾਂ ਕੀ ਯੂਜ਼ ਕਰਾਂਗੇ ਇੱਥੇ focus of inquiry for several academic disciplines। ਸੋ ਆਪਾਂ ਇਹਦਾ ਆਨਸਰ ਚੈੱਕ ਕਰਕੇ ਵੇਖਦੇ ਹਾਂ। ਸੋ ਇਹ ਸਾਡੀਆਂ ਆਪਸ਼ਨਸ ਨੇ। ਸੋ ਮੇਰੇ ਕਹਿਣ ਦਾ ਇੱਥੇ ਮਤਲਬ ਇਸ ਪੈਰਾਗ੍ਰਾਫ ਨੂੰ ਕਰਾਉਣ ਦਾ ਮੀਨਿੰਗ, ਕਿਉਂਕਿ ਪੈਰਾਗ੍ਰਾਫ ਤਾਂ ਬਹੁਤ ਨੇ, ਕਿ ਤੁਸੀਂ ਇਹਨਾਂ 'ਚੋਂ ਕਿਹੜਾ ਵਰਡ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਨੈਕਸਟ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਹਾਡੇ ਕੋਲ ਇੱਥੇ ਹੈਜ਼ ਬੀਨ ਹੈ ਤਾਂ ਜ਼ਰੂਰੀ ਨਹੀਂ ਹੈਗਾ ਕਿ ਇੱਥੇ ਮਤਲਬ ਜਿਹੜਾ ਤੁਹਾਡਾ ਉਹ ਆਨਸਰ ਆਏਗਾ ਉਹ ਹੈਵ ਦੇ ਨਾਲ ਹੀ ਆਏਗਾ, ਸੌਰੀ ਇੱਥੇ ਜਿਹੜਾ ਹੈਗਾ ਹੈਵ ਹੈ ਤਾਂ ਇੱਥੇ ਵੀ ਹੈਵ ਹੀ ਆਏਗਾ। ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਜਿਵੇਂ ਫੋਕਸ ਤੇ ਸੈਂਟਰ ਹੈ ਦੋਨਾਂ ਦਾ ਜਿਹੜਾ ਮੀਨਿੰਗ ਹੈ ਆਲਮੋਸਟ ਸੇਮ ਹੈਗਾ, ਤਾਂ ਤੁਸੀਂ ਉਹਨਾਂ ਨੂੰ ਕਿਵੇਂ ਚੂਜ਼ ਕਰਨਾ ਹੈ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਇੱਕ ਆਪਾਂ ਐਗਜ਼ਾਮਪਲ ਹੋਰ ਕਰਦੇ ਹਾਂ, ਇਸੇ ਪੈਰਾਗ੍ਰਾਫ ਇਸੇ ਪੇਜ ਤੇ ਹੈਗਾ ਐਗਜ਼ਾਮਪਲ ਵੀ, ਹੋਲਨੈਸ ਆਫ ਥਾਟ। ਸੋ ਇਹਦੇ ਵਿੱਚ ਕੀ ਹੈਗਾ, ਅਗੇਨ ਪਹਿਲਾਂ ਤੁਸੀਂ ਟੈਕਸਟ ਨੂੰ ਰੀਡ ਕਰਨਾ ਹੈ, ਉਸ ਤੋਂ ਬਾਅਦ ਜਿਹੜਾ ਉਹਦਾ ਮੀਨਿੰਗ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਟਰਾਈ ਟੂ ਅੰਡਰਸਟੈਂਡ ਦੀ ਕੰਟੈਕਸਟ। ਉਸ ਤੋਂ ਬਾਅਦ ਜਿਵੇਂ ਆਪਣੇ ਕੋਲ ਇੱਥੇ ਪਤਾ ਲੱਗ ਗਿਆ ਕਿ ਇਹਦਾ ਜਿਹੜਾ ਮੈਸੇਜ ਹੈ ਉਹ ਥਾਟਸ ਦੇ ਉੱਪਰ ਹੈਗਾ। ਸੋ ਇੱਥੇ ਜਿਹੜੀ ਗੱਲ ਹੋ ਰਹੀ ਹੈ ਉਹ ਰਾਈਟਰਸ ਦੀ ਹੋ ਰਹੀ ਹੈ, ਤੇ ਆਪਾਂ ਇਹਨੂੰ ਸਟਾਰਟ ਕਰਦੇ ਹਾਂ। The writer, or for that matter the speaker, conceives his thought whole as a unity। writer ਦੀ ਗੱਲ ਹੋ ਰਹੀ ਹੈ ਤੇ ਉੱਥੇ ਮੈਟਰ ਜਿਹੜਾ ਵੀ ਮਟੀਰੀਅਲ ਹੈ ਉਹਦੀ ਗੱਲ ਹੋ ਰਹੀ ਹੈ, but must express it in a line of words the reader or the listener। ਮਤਲਬ ਜਿਹੜਾ line of words ਨੇ ਉਹ ਰੀਡਰ ਦੀ ਗੱਲ ਹੋ ਰਹੀ ਹੈ ਤੇ ਪਲੱਸ ਜਿਹੜਾ ਲਿਸਨਰ ਹੈ। must take this line of symbols and from it the original wholeness of thoughts। ਹੁਣ ਇੱਥੇ ਜਿਹੜੀ ਗੱਲ ਹੋਈ ਹੈ ਹੋਲਨੈਸ ਆਫ ਥਾਟਸ ਦੀ ਗੱਲ ਹੋਈ ਹੈ। ਸੋ ਇੱਥੇ ਉਹਨੇ ਗੱਲ ਕਿਹਾ ਹੈ ਕਿ ਜਿਹੜਾ ਰਾਈਟਰ ਹੈਗਾ ਤੇ ਜਿਹੜਾ ਸਪੀਕਰ ਹੈ ਉਹ ਆਪਣੇ ਜਿਹੜੇ ਥਾਟਸ ਨੇ ਮਤਲਬ ਉਹਨਾਂ ਨੂੰ ਕਿਵੇਂ ਕਨਸੀਵ ਕਰਦਾ ਐਜ਼ ਅ ਯੂਨਿਟੀ, ਤੇ ਕਿਵੇਂ ਉਹਨਾਂ ਨੂੰ ਐਕਸਪ੍ਰੈਸ ਕਰਦਾ ਹੈ ਵਰਡਸ ਦੇ ਵਿੱਚ। ਮਤਲਬ ਜਿਹੜਾ ਰੀਡਰ ਹੈ ਤੇ ਲਿਸਨਰ ਹੈ ਮਤਲਬ ਉਸ ਚੀਜ਼ ਨੂੰ ਉਹ ਸਮਝਣ ਦੀ ਟਰਾਈ ਕਰ ਸਕੇ। ਸੋ ਇੱਥੇ ਆਪਣੇ ਕੋਲ ਆਪਸ਼ਨਸ ਨੇ ਰਿਕਵਰ, ਰਿਸਪੈਕਟ, ਰੀਕਨਸਟਰਕਟ ਐਂਡ ਰਿਡਿਊਸ। ਸੋ ਰਿਕਵਰ ਹੁੰਦਾ ਹੈ ਕਿਸੇ ਚੀਜ਼ ਤੋਂ ਬਾਹਰ ਨਿਕਲਣਾ, ਰਿਸਪੈਕਟ ਹੁੰਦਾ ਜੋ ਆਪਾਂ ਮਤਲਬ ਕਹਿੰਦੇ ਹਾਂ ਕਿ ਕਿਸੇ ਨੂੰ ਰਿਸਪੈਕਟ ਦੇਣੀ। ਦੈਨ ਰੀਕਨਸਟਰਕਟ ਹੋ ਗਿਆ ਕਿ ਤੁਸੀਂ ਕਿਸੇ ਚੀਜ਼ ਤੋਂ ਤੁਹਾਡੇ ਕੋਲ ਕੋਈ ਮਟੀਰੀਅਲ ਹੈ ਜਾਂ ਕੁਝ ਵੀ ਹੈ, ਤੁਸੀਂ ਉਸ ਚੀਜ਼ ਨੂੰ ਦੁਬਾਰਾ ਉਹਨੂੰ ਰੀਕਨਸਟਰਕਟ ਕਰਕੇ ਉਹਨੂੰ ਦੁਬਾਰਾ ਯੂਜ਼ ਕਰਕੇ ਉਹਦਾ ਕੁਝ ਐਡਵਾਂਟੇਜ ਮਤਲਬ ਲੈ ਰਹੇ ਹੋ। ਤੇ ਰਿਡਿਊਸ ਹੁੰਦਾ ਘਟਾਉਣਾ। ਸੋ ਰਿਡਿਊਸ ਤਾਂ ਨਹੀਂ ਆਏਗਾ, ਰਿਡਿਊਸ ਦੀ ਓਰੀਜਨਲ ਹੋਲਨੈਸ ਆਫ ਥਾਟ ਇਹ ਤੁਹਾਡਾ ਆਪਸ਼ਨ ਨਹੀਂ ਹੋ ਸਕਦਾ। ਸੋ ਰਿਸਪੈਕਟ ਵੀ ਨਹੀਂ ਹੋਏਗਾ, ਰਿਸਪੈਕਟ ਦੀ ਓਰੀਜਨਲ ਹੋਲਨੈਸ ਆਫ ਥਾਟਸ। ਸੋ ਰਿਸਪੈਕਟ, ਰਿਡਿਊਸ ਤੁਸੀਂ ਐਲੀਮੀਨੇਟ ਕਰ ਸਕਦੇ ਹੋ। ਰਿਕਵਰ ਵੀ ਹੋ ਸਕਦਾ ਹੈ, ਰੀਕਨਸਟਰਕਟ ਵੀ ਹੋ ਸਕਦਾ ਹੈ, ਬਟ ਇੱਥੇ ਉਹਨੇ ਗੱਲ ਕੀ ਕਰੀ ਹੈ ਕਿ ਜਿਹੜਾ ਸਪੀਕਰ ਹੈ ਉਹ ਆਪਣੇ ਜਿਹੜੇ ਥਾਟਸ ਨੇ ਉਹਨਾਂ ਨੂੰ ਕਿਵੇਂ ਕਨਵੇ ਕਰ ਰਿਹਾ ਇਨ ਲਾਈਨ ਆਫ ਵਰਡਸ, ਮਤਲਬ ਉਹਨੇ ਕਿਵੇਂ ਆਪਣੇ ਜਿਹੜੇ ਥਾਟਸ ਨੇ। ਸੋ ਇੱਥੇ ਕੀ ਹੋਏਗਾ ਰੀਕਨਸਟਰਕਟ, ਮਤਲਬ ਆਪਾਂ ਕੀ ਕਰਦੇ ਹਾਂ ਕਿ ਆਪਾਂ ਜੇ ਕਿਸੇ ਤੋਂ ਜੋ ਆਪਾਂ ਗੱਲ ਸੁਣੀ ਹੈ ਆਪਾਂ ਕਿਸੇ ਨੂੰ ਕਨਵੇ ਕਰ ਰਹੇ ਹਾਂ ਤਾਂ ਆਪਾਂ ਉਹਨੂੰ ਥੋੜ੍ਹਾ ਬਹੁਤ ਚੇਂਜ ਕਰਕੇ ਮਤਲਬ ਉਹਨੂੰ ਕੁਝ ਐਡ ਔਨ ਕਰਕੇ ਉਹਦੇ 'ਚੋਂ ਕੁਝ ਘਟਾ ਕੇ ਉਸ ਚੀਜ਼ ਨੂੰ ਦੱਸ ਰਹੇ ਹਾਂ। ਸੋ ਇੱਥੇ ਕੀ ਆਏਗਾ ਰੀਕਨਸਟਰਕਟ ਦੀ ਓਰੀਜਨਲ ਹੋਲਨੈਸ ਆਫ ਥਾਟ। ਉਸ ਤੋਂ ਬਾਅਦ ਹੋ ਗਿਆ ਦੇਅਰ ਇਜ਼ ਡਿਫਿਕਲਟੀ ਇਨ ਕਨਵਰਸੇਸ਼ਨ। ਹੁਣ ਦੇਅਰ ਇਜ਼ ਹੋ ਗਿਆ, ਇੱਥੇ ਆਪਸ਼ਨਸ ਨੇ ਲਿਟਲ, ਮਚ, ਮੋਰ ਐਂਡ ਫਿਊ। ਸੋ ਇੱਥੇ ਜਿਹੜੀਆਂ ਆਪਸ਼ਨਸ ਨੇ ਮਚ ਤਾਂ ਨਹੀਂ ਆਏਗਾ, ਦੇਅਰ ਇਜ਼ ਮਚ ਡਿਫਿਕਲਟੀ, ਮੋਰ ਡਿਫਿਕਲਟੀ, ਫਿਊ ਡਿਫਿਕਲਟੀ, ਮਤਲਬ ਮਚ ਜਾਂ ਫਿਊ ਤਾਂ ਨਹੀਂ ਆਏਗਾ, ਮੋਰ ਜਾਂ ਲਿਟਲ ਆ ਸਕਦਾ ਹੈ। ਸੋ ਇਹਦੇ ਵਿੱਚ ਆਪਾਂ ਦੇਖਣਾ ਹੈ ਕਿ ਇਹਦੇ ਨਾਲ ਅੱਗੇ ਉਹਨੇ ਕੀ ਲਾਈਨ ਆਪਣੇ ਕੋਲ ਕਨਵੇ ਕੀਤੀ ਹੈ। ਬਿਕੋਜ਼ ਦੀ ਲਿਸਨਰ ਰਿਸੀਵਸ innumerable cues from the physical expressions of the speaker, there is a dialogue and the listener can it in at any time। so ਇੱਥੇ
ਕਨਵਰਸੇਸ਼ਨ ਦੀ ਗੱਲ ਹੋ ਰਹੀ ਹੈ ਸੋ ਆਪਾਂ ਇੱਥੇ ਯੂਜ਼ ਕਰਾਂਗੇ देयर इज़, ਕਿਉਂਕਿ ਅਗਰ ਆਪਾਂ ਮੋਰ ਦੀ ਗੱਲ ਕਰ ਰਹੇ ਹਾਂ ਤਾਂ ਮੋਰ ਦੇ ਨਾਲ ਸਾਡਾ ਆਰ ਵਰਡ ਵੀ ਯੂਜ਼ ਹੋ ਸਕਦਾ ਹੈ, ਕਿਉਂਕਿ देयर आर ਮੋਰ ਹੈ ਨਾ, ਤਾਂ ਲਿਟਲ ਹੈ ਤਾਂ ਆਪਾਂ ਇਸ ਯੂਜ਼ ਕਰ ਰਹੇ ਹਾਂ, ਬਟ ਜ਼ਿਆਦਾ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਆਰ ਵਰਡ ਯੂਜ਼ ਕਰ ਸਕਦੇ ਹਾਂ। ਸੋ ਆਪਾਂ ਇੱਥੇ ਆਪਸ਼ਨ ਲਈ ਹੈ ਲਿਟਲ। ਮਚ ਨਹੀਂ ਆਏਗਾ, ਫਿਊ ਨਹੀਂ ਆਏਗਾ, ਕਿਉਂਕਿ ਫਿਊ ਵਰਡ ਆਪਾਂ ਕੁਛ ਲਈ ਯੂਜ਼ ਕਰਦੇ ਹਾਂ, ਬਟ ਲਿਟਲ ਆਪਾਂ ਥੋੜੇ ਲਈ ਯੂਜ਼ ਕਰਦੇ ਹਾਂ। ਸੋ ਲਿਟਲ ਡਿਫਿਕਲਟੀ ਇਨ ਦਿਸ। ਉਸ ਤੋਂ ਬਾਅਦ ਉਹਨੇ ਕਿਹਾ ਕੀ ਕਿਹਾ, ਫਿਜ਼ੀਕਲ ਐਕਸਪ੍ਰੈਸ਼ਨਸ ਆਫ ਦ ਸਪੀਕਰ, देयर इज़ अ डायलॉग एंड द लिसनर कैन इन एट एनी टाइम। ਇੱਥੇ ਲੀਨ, ਕੱਟ, ਇੰਟਰੂਡ ਐਂਡ ਦੀ ਗੈਟ। ਹੁਣ ਲੀਨ ਹੁੰਦਾ ਪਤਲਾ, ਸੋ ਲੀਨ ਵਰਡ ਆਪਾਂ ਨਹੀਂ ਯੂਜ਼ ਕਰਾਂਗੇ। ਇੰਟਰੂਡ ਹੁੰਦਾ ਜ਼ਬਰਦਸਤੀ, ਜ਼ਬਰਦਸਤੀ ਵੀ ਨਹੀਂ ਕਰਾਂਗੇ ਕਿਉਂਕਿ ਇੱਥੇ ਸਿੰਪਲ ਆਪਣੀ ਸਪੀਕਿੰਗ ਤੇ ਲਿਸਨਿੰਗ ਦੀ ਗੱਲ ਹੋ ਰਹੀ ਹੈ। ਗੈਟ ਇਨ ਹੁੰਦਾ ਵਿੱਚ ਤੇ ਕਟ ਇਨ ਹੁੰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਕੱਟਣਾ, ਬਟ ਇੱਥੇ ਉਹਨੇ ਕਿਹਾ ਕਿ ਜਿਹੜਾ ਵੀ ਡਾਇਲੌਗ ਹੈ ਤਾਂ ਲਿਸਨਰ ਉਹਨੂੰ ਕੱਟ ਕਰ ਸਕਦਾ ਹੈ ਐਨੀ ਟਾਈਮ, ਸੋ ਆਪਾਂ ਇੱਥੇ ਯੂਜ਼ ਕਰਾਂਗੇ ਕੱਟ। ਲੀਨ ਤੇ ਇੰਟਰੂਡ ਆਪਣੇ ਪਹਿਲੇ ਉਹਦੇ ਵਿੱਚ ਹੀ eliminate ਹੋ ਜਾਣਗੇ, ਸੋ get cut in is the right option. Next is the advantage of group discussion is that people can overcome linear sequence of words by conveying, combination, collecting and converging. convey ਹੁੰਦਾ ਕਿ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਉਹ ਕਿਸੇ ਨੂੰ ਕਨਵੇ ਕਰ ਰਹੇ ਹੋ। ਕੰਬੀਨੇਸ਼ਨ ਹੋ ਗਿਆ ਕਿ ਤੁਸੀਂ ਇੱਕ ਦੋ ਚੀਜ਼ਾਂ ਨੂੰ ਕੰਬਾਈਨ ਕਰਕੇ ਜੋ ਆਊਟਪੁੱਟ ਕੱਢੀ, ਤਾਂ ਕਲੈਕਟਿੰਗ ਹੋ ਗਿਆ ਤੁਸੀਂ ਕੀ ਕਲੈਕਟ ਕਰਕੇ ਰੱਖਿਆ, ਕੁਝ ਚੀਜ਼ਾਂ ਨੂੰ ਕਲੈਕਟ ਕਰਨਾ। ਬਟ ਜਿਹੜਾ ਕਨਵਰਜਿੰਗ ਹੁੰਦਾ ਹੈ ਕਿ ਤੁਸੀਂ ਆਪਣਾ ਰਸਤਾ ਕਿਵੇਂ ਫਾਈਂਡ ਆਊਟ ਕਰ ਰਹੇ ਹੋ, ਕਿਉਂਕਿ ਤੁਸੀਂ ਥਾਟਸ ਜਾਂ ਜੋ ਵੀ ਵਰਡਸ ਹੈ ਉਹ ਕਿਤੋਂ ਹੋਰ ਲੈ ਰਹੇ ਹੋ, ਬਟ ਉਹਨਾਂ ਨੂੰ ਰੀਕਨਸਟਰਕਟ ਕਰਕੇ ਆਪਣੇ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਸੋ ਇੱਥੇ ਆਪਾਂ ਯੂਜ਼ ਕਰਾਂਗੇ ਕਨਵਰਜਿੰਗ। ਕਨਵੇਇੰਗ, ਕੰਬੀਨੇਸ਼ਨ, ਕਲੈਕਟਿੰਗ ਆਪਾਂ ਇੱਥੇ ਨਹੀਂ ਯੂਜ਼ ਕਰਾਂਗੇ। Ideas from different directions which makes for wholeness of thought, but the reader is confronted by line upon line of printed symbols without benefits of physical. Now tune, thumb, tone and note. ਟਿਊਨ ਜਿਹੜਾ ਵਰਡ ਹੈਗਾ ਉਹ ਫਿਜ਼ੀਕਲ ਟਿਊਨ ਨਹੀਂ ਆਪਾਂ ਯੂਜ਼ ਕਰਦੇ। ਥੰਬ ਤਾਂ ਇੱਥੇ ਯੂਜ਼ ਹੀ ਨਹੀਂ ਹੋਏਗਾ ਕਿਉਂਕਿ ਇੱਥੇ ਸਪੀਕਿੰਗ ਤੇ ਰਾਈਟਿੰਗ ਦੀ ਗੱਲ ਹੋ ਰਹੀ ਹੈ, ਸੋ ਥੰਬ ਵਰਡ ਤਾਂ ਕਿਤੇ ਵੀ ਆਪਣਾ ਨਹੀਂ ਯੂਜ਼ ਹੋਏਗਾ। ਤੇ ਨੋਟ ਵੀ ਆਪਾਂ ਨਹੀਂ ਯੂਜ਼ ਕਰਾਂਗੇ ਕਿਉਂਕਿ ਅੱਗੇ ਉਹਨੇ ਕਿਹਾ ਐਂਡ ਐਮਫੈਸਿਸ ਔਰ ਦੀ ਪੋਸੀਬਿਲਿਟੀ ਆਫ ਡਾਇਲੌਗ ਔਰ ਡਿਸਕਸ਼ਨ। ਸੋ ਡਾਇਲੌਗ ਔਰ ਡਿਸਕਸ਼ਨ ਦੀ ਗੱਲ ਹੋ ਰਹੀ ਹੈ, ਸੋ ਟਿਊਨ ਐਂਡ ਟੋਨ ਦੋਨਾਂ 'ਚੋਂ ਹੋ ਸਕਦਾ ਹੈ, ਬਟ ਆਪਾਂ ਮੋਸਟਲੀ ਫਿਜ਼ੀਕਲ ਟੋਨ ਦੀ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਤਾਂ ਆਪਾਂ ਉਹਦੀ ਟੋਨ ਤੋਂ ਗੈਸ ਕਰਦੇ ਹਾਂ ਕਿ ਉਹਦੀ ਜਿਹੜੀ ਟੋਨ ਹੈਗੀ ਹੈ ਉਹ ਕੀ ਕਨਵੇ ਕਰ ਰਹੀ ਹੈ। ਸੋ ਇੱਥੇ ਆਪਾਂ ਯੂਜ਼ ਕਰਾਂਗੇ ਟੋਨ। ਸੋ ਇਹ ਤੁਹਾਡੀਆਂ ਆਪਸ਼ਨਸ ਨੇ। ਇਸ ਤਰ੍ਹਾਂ ਨਾਲ ਜਦੋਂ ਵੀ ਤੁਸੀਂ ਮਤਲਬ ਇੱਥੇ ਆਪਾਂ ਨੂੰ ਟਾਈਮ ਲੱਗ ਰਿਹਾ ਕਿਉਂਕਿ ਮੈਂ ਤੁਹਾਨੂੰ ਸਮਝਾ ਕੇ ਕਰ ਰਹੀ ਹਾਂ, ਬਟ ਫਾਈਨਲ ਦੇ ਵਿੱਚ ਜਦੋਂ ਵੀ ਤੁਸੀਂ ਹੁਣ ਪ੍ਰੈਕਟਿਸ ਸਟਾਰਟ ਕਰਦੇ ਹੋ, ਕਿਉਂਕਿ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਤੁਹਾਡੀਆਂ ਇੱਕ ਦਿਨ ਦੇ ਵਿੱਚ ਕਦੇ ਵੀ ਇੰਪਰੂਵ ਨਹੀਂ ਹੋ ਸਕਦੀਆਂ, ਸੋ ਤੁਸੀਂ ਥੋੜ੍ਹਾ ਟਾਈਮ ਦੇਣਾ ਕਿ ਤੁਸੀਂ ਉਹਨਾਂ ਨੂੰ ਕਿਵੇਂ ਇੰਪਰੂਵ ਕਰੋਗੇ, ਕਿਉਂਕਿ ਇਹ ਜਿਹੜਾ ਟਾਸਕ ਹੈਗਾ ਇਹ ਥੋੜ੍ਹਾ ਆਪਾਂ ਈਜ਼ੀ ਟਾਸਕ ਨਹੀਂ ਕਹਿ ਸਕਦੇ, ਬਟ ਜਿਹੜੇ ਇਹਦੇ ਮਾਰਕਸ ਦੀ ਕੰਟਰੀਬਿਊਸ਼ਨ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਸੋ ਇੱਕ ਐਗਜ਼ਾਮਪਲ ਆਪਾਂ ਹੋਰ ਲੈਂਦੇ ਹਾਂ, ਇਹ ਲਾਸਟ ਐਗਜ਼ਾਮਪਲ ਹੈ। ਸੋ ਇਹਦੇ ਵਿੱਚ ਗੱਲ ਹੋ ਰਹੀ ਹੈ ਨੋਇਸਿੰਗ ਸਟੱਡਿੰਗ ਦੀ, ਤਾਂ ਮਤਲਬ ਸਟੱਡੀ ਬਾਰੇ ਗੱਲ ਹੋ ਰਹੀ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਕਿਵੇਂ ਸਟੱਡੀ ਕਰਨਾ ਪਸੰਦ ਕਰਦੇ ਨੇ, ਕਿਹੜੇ ਇਨਵਾਇਰਨਮੈਂਟ ਦੇ ਵਿੱਚ ਉਹ ਜਲਦੀ ਮਤਲਬ ਲਰਨ ਕਰਦੇ ਨੇ, ਉਹ ਜਲਦੀ ਕ੍ਰੈਮ ਕਰਦੇ ਨੇ ਚੀਜ਼ਾਂ ਨੂੰ। ਸੋ ਸਮ ਸਟੂਡੈਂਟਸ ਸੇ ਦੈਟ ਦੇ ਨੀਡ ਕੰਪਲੀਟ ਕੁਆਇਟ ਟੂ ਰੀਡ ਐਂਡ ਸਟੱਡੀ। ਕੁਝ ਸਟੂਡੈਂਟਸ ਕਹਿੰਦੇ ਨੇ ਕਿ ਉਹਨਾਂ ਨੂੰ ਪੜ੍ਹਨ ਵਾਸਤੇ ਬਿਲਕੁਲ ਕੁਆਇਟ ਇਨਵਾਇਰਨਮੈਂਟ ਚਾਹੀਦਾ, ਕੋਈ ਸ਼ੋਰ ਨਹੀਂ ਹੋਣਾ ਚਾਹੀਦਾ, ਬਟ ਅਦਰਸ ਜਿਹੜਾ ਹੈਗਾ ਸਟੱਡੀ ਬੈਸਟ ਇਨ ਕਰਾਊਡਡ ਨੋਇਸਿਸ ਰੂਮ ਬਿਕੋਜ਼ ਦੀ ਨੋਇਸ ਐਕਚੁਅਲੀ ਮਤਲਬ ਕੁਝ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਨੋਇਸੀ ਰੂਮਸ, ਕਰਾਊਡਡ ਰੂਮਸ ਪਸੰਦ ਹੁੰਦੇ ਨੇ ਕਿਉਂਕਿ ਦੈਮ ਕੌਨਸਨਟਰੇਟ। ਸੋ ਸਾਡੇ ਕੋਲ ਇੱਥੇ ਆਪਸ਼ਨਸ ਨੇ ਹੈਲਪਸ, ਸਟਾਪਸ, ਏਡਸ ਐਂਡ ਗਿਵਸ। ਸੋ ਗਿਵਸ ਹੁੰਦਾ ਦੇਣਾ, ਗਿਵਸ ਦੈਮ ਕੌਨਸਨਟਰੇਟ ਨਹੀਂ ਹੋਏਗਾ। ਏਡਸ ਹੁੰਦਾ ਮਤਲਬ ਕਿਸੇ ਚੀਜ਼ ਦਾ ਤੁਸੀਂ ਉਹ ਕਰਨਾ, ਸੋ ਇੱਥੇ ਇਹ ਆਪਸ਼ਨ ਵੀ ਨਹੀਂ ਹੋਏਗੀ। ਇੱਥੇ ਸਟਾਪਸ ਹੈ ਜਾਂ ਹੈਲਪਸ ਹੈ, ਬਟ ਉਹਨੇ ਕੀ ਕਿਹਾ ਕਿ ਕੁਝ ਬੱਚਿਆਂ ਨੂੰ ਸ਼ਾਂਤ ਉਹਦੇ ਵਿੱਚ ਪੜ੍ਹਨਾ ਪਸੰਦ ਹੈ, ਬਟ ਕੁਝ ਨੂੰ ਕਰਾਊਡਡ 'ਚ ਪੜ੍ਹਨਾ ਪਸੰਦ ਹੈ, ਸੋ ਇੱਥੇ ਕਿਹੜਾ ਵਰਡ ਯੂਜ਼ ਹੋਏਗਾ, ਹੈਲਪਸ ਦੈਮ concentrate. Next is some students like quiet music playing, ਕੁਝ ਬੱਚਿਆਂ ਨੂੰ ਸ਼ਾਂਤ ਜਾਂ ਮਿਊਜ਼ਿਕ ਪਸੰਦ ਹੈ ਬਟ ਬਾਕੀਆਂ ਨੂੰ ਨਹੀਂ ਹੁੰਦਾ, ਸੋ ਇੱਥੇ ਕੀ ਆਏਗਾ ਅਦਰਸ ਡੂ ਨਾਟ। ਆਰ ਨਾਟ ਨਹੀਂ ਆਏਗਾ, ਡੂਇੰਗ ਮਤਲਬ ਕਰਨਾ ਹੁੰਦਾ, ਸੋ ਆਪਾਂ ਡੂਇੰਗ ਵਰਡ ਯੂਜ਼ ਨਹੀਂ ਕਰੂੰਗੇ। ਹੈਵ ਹੁੰਦਾ ਕੋਲਡ, ਸੋ ਹੈਵ ਨਾਟ ਵੀ ਨਹੀਂ ਯੂਜ਼ ਕਰੂੰਗੇ, ਸੋ ਇੱਥੇ ਆਪਾਂ ਕੀ ਯੂਜ਼ ਕਰੂੰਗੇ ਅਦਰਸ ਡੂ ਨਾਟ।
नेक्स्ट है द पॉइंट इज़ यू शुड नो द ਲੈਵਲ ਆਫ ਨੋਇਸ दैट इज़ ऑप्टिमल फॉर यू ऑन स्टडिंग मतलब ਤੁਹਾਨੂੰ ਉਹ ਨੋਇਸ ਦਾ ਲੈਵਲ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੇ ਕੁ ਨੋਇਸ ਦੇ ਲੈਵਲ ਤੱਕ ਖੁਦ ਨੂੰ ਕੰਫਰਟੇਬਲ ਫੀਲ ਕਰਦੇ ਹੋ ਸਟੱਡੀ ਕਰਨ ਦੇ ਵਿੱਚ However, one general rule for all students is that television seems to be more of a distraction than music or other background noise. मतलब कुछ बच्चों ਨੂੰ ਹੁੰਦਾ ਹੈ ਕਿ ਜੇ ਉਹ ਥੋੜਾ ਲਾਊਡ ਜਾਂ ਮਤਲਬ ਥੋੜਾ ਸਮਾਲ ਜਿਹੜਾ ਕਹਿੰਦੇ ਸਮੂਥ ਜਾਂ ਮਿਊਜ਼ਿਕ ਪਲੇ ਕਰ ਰਹੇ ਆ ਤਾਂ ਉਹ ਬੈਟਰ ਹੈ ਬਟ ਜਿਹੜਾ ਟੀਵੀ ਹੋ ਗਿਆ ਉਹਦੇ ਨਾਲ ਉਹਨਾਂ ਨੂੰ ਜ਼ਿਆਦਾ ਡਿਸਟਰੈਕਸ਼ਨ ਹੁੰਦੀ ਹੈ ਸੋ ਡੈਸ਼ ਦੀ ਟੀਵੀ ਆਫ ਮੇਕ ਦੀ ਟੀਵੀ ਆਫ ਪੁੱਟ ਦੀ ਟੀਵੀ ਆਫ ਲੀਵ ਦੀ ਟੀਵੀ ਆਫ ਕੱਟ ਦੀ ਟੀਵੀ ਆਫ ਸੋ ਕੱਟ ਵਰਡ ਤਾਂ ਕਿਤੇ ਵੀ ਨਹੀਂ ਯੂਜ਼ ਹੋਏਗਾ ਮੇਕ ਹੁੰਦਾ ਬਣਾਉਣਾ ਪੁੱਟ ਹੁੰਦਾ ਮਤਲਬ ਤੁਸੀਂ ਕਿਸੇ ਚੀਜ਼ ਨੂੰ ਇਸ ਪਰਟੀਕੂਲਰ ਜਗ੍ਹਾ ਤੇ ਰੱਖਣਾ ਸੋ ਆਪਾਂ ਇੱਥੇ ਕੀ ਯੂਜ਼ ਕਰਾਂਗੇ ਲੀਵ ਦੀ ਟੀਵੀ ਆਫ ਵੈਨ ਯੂ ਆਰ ਰੀਡਿੰਗ ਔਰ ਸਟੱਡਿੰਗ ਨੈਕਸਟ ਆਪਸ਼ਨਸ ਨੇ ਦਸ ਹਾਊਐਵਰ ਯੈਟ ਆਲਸੋ ਬਟ ਆਪਣੇ ਕੋਲ ਉਸ ਤੋਂ ਬਾਅਦ ਜਿਹੜੀ ਲਾਈਨ ਹੈਗੀ ਹੈ ਉਹ ਕੀ ਹੈਗੀ ਹੈ ਡੋਂਟ ਲੈਟ ਯੂਅਰਸੈਲਫ ਬਿਕਮ ਡਿਸਟਰੈਕਟਡ ਬਾਈ ਕੰਪਿਊਟਰ ਗੇਮਸ ਈਮੇਲ ਔਰ ਇੰਟਰਨੈਟ ਸੋ ਇੱਥੇ 10 ਦਾ ਮਤਲਬ ਕੀ ਹੋ ਗਿਆ ਆਪਣੇ ਕੋਲ ਕਿ ਤੁਸੀਂ ਐਜ਼ ਅ ਰਿਜ਼ਲਟ 10 ਹੁੰਦਾ ਐਜ਼ ਅ ਰਿਜ਼ਲਟ ਤੇ ਹਾਊਐਵਰ ਮੈਂ ਤੁਹਾਨੂੰ ਦੱਸਿਆ ਸੀ ਇਟ ਡਜ਼ਨਟ ਮੈਟਰ ਹਾਊ ਯੈਟ ਹੁੰਦਾ ਮਤਲਬ ਹੁਣ ਐਂਡ ਆਲਸੋ ਹੋ ਗਿਆ ਡੋਂਟ ਲੈਟ ਯੂਅਰਸੈਲਫ ਸੋ ਆਪਾਂ ਇੱਥੇ ਕੀ ਯੂਜ਼ ਕਰਾਂਗੇ also ਸੋ ਇਹ ਤੁਹਾਡੀਆਂ ਆਪਸ਼ਨਸ ਨੇ ਇਸ ਤਰ੍ਹਾਂ ਨਾਲ ਤੁਸੀਂ ਮਤਲਬ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਜਿਹੜੀਆਂ ਹੈਗੀਆਂ ਉਹ ਈਜ਼ਲੀ ਸੋਲਵ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਲਾਸਟ ਵੀਡੀਓਜ਼ ਦੇ ਵਿੱਚ ਇਹਦੇ ਟਿਪਸ ਵੀ ਡਿਸਕਸ ਕੀਤੇ ਸੀ ਇਹੀ ਟਿਪਸ ਨੇ ਮਤਲਬ ਤੁਸੀਂ ਕੰਟੈਕਸਟ ਸਮਝ ਕੇ ਹੀ ਈਜ਼ਲੀ ਸੋਲਵ ਕਰ ਸਕਦੇ ਹੋ ਐਜ਼ ਕੰਪੇਅਰ ਟੂ ਤੁਸੀਂ ਕਿਸੇ ਚੀਜ਼ ਦੀ ਰੱਟਾਫਿਕੇਸ਼ਨ ਕਰ ਰਹੇ ਹੋ ਜੇ ਤੁਹਾਨੂੰ ਹੋਰ ਡਾਊਟਸ ਨੇ ਜੇ ਤੁਸੀਂ ਚਾਹੁੰਦੇ ਹੋ ਮੈਂ ਕਿਸੇ ਪਰਟੀਕੂਲਰ ਟੌਪਿਕ ਤੇ ਵੀਡੀਓ ਬਣਾਵਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸੋ ਤੁਸੀਂ ਆਪਣੀ ਕੁਐਰੀਜ਼ ਮੈਨੂੰ ਮੇਲ ਕਰ ਸਕਦੇ ਹੋ ਮੇਰੇ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਥੀਸ ਵੀਡੀਓਜ਼ ਥੈਂਕ ਯੂ